Yes, my dear masters and my dear gods, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ਼੍ਰੀ ਅਕਾਲ। ਅਸੀਂ ਸੁਪਨੇ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰ ਲਿਆ ਹੈ ਆਪਣੇ ਅੱਜ ਦੇ ਚੈਪਟਰ ਦੇ ਵਿੱਚ। ਔਰ ਜਿਹੜੀ ਕੱਲ ਤੋਂ ਅਸੀਂ ਸਮਝਿਆ ਸੀ ਉਹ ਇਹ ਸੀਗਾ ਜਦੋਂ ਅਸੀਂ ਜਾਗ ਰਹੇ ਹੁੰਨੇ ਆ ਤੇ ਅਸੀਂ ਆਪਣੇ ਜਿਹੜਾ ਮਾਈਂਡ ਹੈ ਜਿਸਨੂੰ ਅਸੀਂ ਰੀਪ੍ਰੋਗਰਾਮ ਕਰਨਾ ਹੈ ਉਹਨੂੰ ਅਸੀਂ ਕਰਨ ਤੋਂ ਇਨਕਾਰ ਕਰ ਦਿੰਦੇ ਹਾਂ। ਅਸੀਂ ਡਿਸਾਈਡ ਕਰ ਲਿਆ ਕਿ ਯਸ ਅਸੀਂ ਤਾਂ ਆਪਣੇ ਹਾਇਰ ਸੈਲਫ ਦੀ ਉਸ ਅਕਾਲ ਪੁਰਖ ਆਪਣੀ ਉਸ ਗੁਰਮੁਖ ਵਾਲੇ ਪਾਰਟ ਦੀ ਉਹਦੀ ਕੋਈ ਗੱਲ ਸੁਣਨੀ ਹੋਈ ਨਹੀਂ ਹੈ, ਅਸੀਂ ਡਿਸਾਈਡ ਕਰਕੇ ਹੀ ਬੈਠ ਗਏ ਹਾਂ। ਤਾਂ ਫਿਰ ਜਿਹੜੇ ਰੀਪ੍ਰੋਗਰਾਮਿੰਗ ਜਿਹੜੀ ਅਸੀਂ ਨੂੰ ਦੁਬਾਰਾ ਉਹਨੂੰ ਪ੍ਰੋਗਰਾਮ ਕਰਨਾ ਹੈ ਆਪਣੇ ਮਾਈਂਡ ਨੂੰ, ਇਹਦੇ ਜਿਹੜੇ ਸੁਜੈਸ਼ਨਸ ਨੇ ਉਹ ਕਿੱਥੇ ਆ ਕੇ ਸਾਨੂੰ ਦਿੱਤੇ ਜਾਂਦੇ ਨੇ ਸਾਡੇ ਡ੍ਰੀਮਸ ਦੇ ਦੁਆਰਾ। ਜਦੋਂ ਅਸੀਂ ਸੁੱਤੇ ਹੁੰਨੇ ਆ ਸੁਪਨੇ ਦੇ ਦੁਆਰਾ ਸਾਨੂੰ ਰੀਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਇਹ ਡ੍ਰੀਮਸ ਜਿਹੜੇ ਨੇ ਇਹ ਮੰਨ ਲਓ ਸਾਡਾ ਹਾਇਰ ਸੈਲਫ ਹੈ, ਸਾਡੀ ਉੱਚ ਚੇਤਨਾ ਹੈ, ਸਾਡਾ ਗੁਰਮੁਖ ਹੈ ਜਿਹੜਾ ਕਿ ਸਾਡੇ ਨਾਲ ਬੜੇ ਪਿਆਰ ਦੇ ਨਾਲ ਬੜੇ ਸੌਫਟਲੀ ਬਹੁਤ ਧੀਰੇ ਤਰੀਕੇ ਦੇ ਨਾਲ ਸਾਡੇ ਸਬਕੌਂਸ਼ੀਅਸ ਮਾਈਂਡ ਨੂੰ ਗੱਲ ਕਰ ਰਿਹਾ। ਮਤਲਬ ਸਾਡਾ ਹਾਇਰ ਸੈਲਫ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਨਾਲ ਗੱਲ ਕਰ ਰਿਹਾ ਹੈ ਸੁਪਨਿਆਂ ਦੇ ਦੁਆਰਾ। ਔਰ ਇਹਨਾਂ ਸੁਪਨਿਆਂ ਦੇ ਦੁਆਰਾ ਹੀ ਜਿਹੜੀ ਸਾਡੀ ਗਲਤੀਆਂ ਨੇ ਪ੍ਰੋਗਰਾਮਿੰਗ ਜਿਹੜੀ ਸਾਡੀ ਜਾਨੀ ਕਹਿੰਦੇ ਕੱਲ ਆਟੋ ਪਾਇਲਟ ਹੈ, ਆਟੋਮੈਟਿਕ ਚੀਜ਼ਾਂ ਹੋ ਜਾਂਦੀਆਂ ਨੇ। ਤਾਂ ਇਹ ਜਿਹੜਾ ਗਲਤੀਆਂ ਹੋ ਚੁੱਕੀਆਂ ਨੇ ਸਾਡੇ ਥਾਟ ਪ੍ਰੋਸੈਸ ਦੇ ਵਿੱਚ, ਸਾਡੇ ਥਿੰਕਿੰਗ ਦੇ ਵਿੱਚ ਜਿਹੜੀਆਂ ਗਲਤੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਉਹ ਕਰੈਕਸ਼ਨ ਕਰਦਾ ਉਹਦੇ ਵਿੱਚ ਸੁਪਨੇ ਦੇ ਦੁਆਰਾ। ਬੜੇ ਪਿਆਰ ਦੇ ਨਾਲ ਹਾਇਰ ਸੈਲਫ ਉਹਨਾਂ ਕਰੈਕਸ਼ਨ ਕਰ ਦਿੰਦਾ ਹੈ। ਇਸ ਤਰੀਕੇ ਦੇ ਨਾਲ ਕਿ ਸੁਪਨਿਆਂ ਦੇ ਅੰਦਰ ਹੀ ਜਿਹੜਾ ਸਾਡਾ ਥਾਟ ਪ੍ਰੋਸੈਸ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਏ ਔਰ ਜਿਹੜਾ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ, ਜਿਹੜਾ ਅਸੀਂ ਅਨੁਭਵ ਲੈ ਰਹੇ ਹਾਂ ਇਸ ਧਰਤੀ ਦੇ ਉੱਤੇ, ਉਹ ਹਾਈ ਕੁਆਲਿਟੀ ਦਾ ਹੋ ਜਾਏ, ਉਹ ਥੋੜਾ ਥੋੜਾ ਇੰਪਰੂਵ ਕਰਨਾ ਸ਼ੁਰੂ ਕਰ ਦੇ। ਔਰ ਕਈ ਵਾਰੀ ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਸੁਪਨਾ ਆਉਂਦਾ ਹੈ ਤਾਂ ਬੜਾ ਡਰਾਵਨਾ ਔਰ ਬੜਾ ਭਿਆਨਕ ਹੋ ਜਾਂਦਾ। ਆਦਮੀ ਕਈ ਵਾਰੀ ਘਬਰਾ ਕੇ ਉੱਠ ਜਾਂਦਾ ਹੈ ਨਾ, ਚੀਕਾ ਮਾਰ ਕੇ ਵੀ ਕਈ ਲੋਕ ਉੱਠ ਜਾਂਦੇ ਨੇ ਔਰ 1-2 ਮਿੰਟ ਤੱਕ ਉਹਨਾਂ ਨੂੰ ਹੋਸ਼ ਵੀ ਨਹੀਂ ਰਹਿੰਦੀ, ਉਸੇ ਨਾਈਟਮੇਅਰ ਦੇ ਵਿੱਚ ਹੀ ਰਹਿੰਦੇ ਨੇ ਕਿ ਬਈ ਉਹਨਾਂ ਨੂੰ ਲੱਗਦਾ ਕਿ ਜੋ ਉਹਨਾਂ ਨੇ ਸੁਪਨੇ 'ਚ ਦੇਖਿਆ ਉਹ ਚੀਕਾ ਮਾਰ ਕਰਨ ਤੋਂ ਬਾਅਦ ਵੀ ਉਹ ਟਰਾਮਾ ਦੇ ਵਿੱਚ ਹੀ ਰਹਿੰਦੇ ਨੇ, ਉਸੇ ਫੀਲਿੰਗ ਦੇ ਵਿੱਚ ਰਹਿੰਦੇ ਨੇ। ਤੇ ਇਹਦਾ ਮਤਲਬ ਕਿਉਂਕਿ ਹਾਇਰ ਸੈਲਫ ਤੋਂ ਕੀ ਹੈ, ਉਹ ਤਾਂ ਬੜਾ ਸੌਫਟਲੀ ਸਾਡੇ ਨਾਲ ਗੱਲ ਕਰਦਾ ਹੈ। ਤੇ ਇਸ ਟਾਈਮ ਤੋਂ ਉਹਨੇ ਡ੍ਰੀਮ ਦੇ ਵਿੱਚ ਬੜੀ ਸਾਡੇ ਨਾਲ ਅਜੀਬ ਜਿਹੇ ਤਰੀਕੇ ਨਾਲ ਗੱਲ ਕੀਤੀ ਹੈ, ਲੇਕਿਨ ਇਹਦੇ ਪਿੱਛੇ ਵੀ ਕੋਈ ਡਿਵਾਈਨ ਪਰਪਸ ਹੀ ਹੋਏਗਾ। ਜਿੱਥੋਂ ਤੱਕ ਮੈਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਅਸੀਂ ਕੋਈ ਬੱਚੇ ਨੂੰ ਇੱਕ ਗੱਲ ਬਾਰ-ਬਾਰ ਸਮਝਾਉਂਦੇ ਹਾਂ, ਬੱਚਾ ਨਹੀਂ ਸਮਝਦਾ, ਤੁਸੀਂ ਉਹਨੂੰ ਬੱਚੇ ਨੂੰ ਝੰਜੋੜ ਕੇ ਵੀ ਸਮਝਾਉਂਦੇ ਹਾਂ ਕਿ ਯਸ ਤੈਨੂੰ ਸਮਝ ਨਹੀਂ ਆ ਰਹੀ ਹੈ। ਤਾਂ ਸ਼ਾਇਦ ਸਾਡਾ ਡਿਵਾਈਨ ਸੈਲਫ ਜਿਹੜਾ ਹੈ, ਜਿਹੜਾ ਕਿ ਸੱਚੀ ਮੁੱਚੀ ਚਾਹੁੰਦਾ ਕਿ ਸਾਡੇ ਅੰਦਰ ਚੇਂਜ ਹੋ ਜਾਏ, ਉਹ ਕੁਝ ਇਸ ਤਰੀਕੇ ਦੇ ਲਈ ਸਾਡੇ ਲਈ ਸਿਚੁਏਸ਼ਨ ਕ੍ਰੀਏਟ ਕਰ ਦਿੰਦਾ ਸੁਪਨੇ ਦੇ ਅੰਦਰ ਹੀ। ਹੁਣ ਜਿਹੜੀ ਲੈਂਗੁਏਜ ਹੈ ਸਾਡੀ, ਜਿਹੜੀ ਹਾਇਰ ਸੈਲਫ ਦੇ ਵਿੱਚ ਔਰ ਸਾਡੇ ਸਬਕੌਂਸ਼ੀਅਸ ਮਾਈਂਡ ਦੀ ਇੱਕ ਲੈਂਗੁਏਜ ਹੈ, ਉਹ ਲੈਂਗੁਏਜ ਬਿਲਕੁਲ ਅਲੱਗ ਹੈ। ਹੁਣ ਅਸੀਂ ਜਦੋਂ ਆਪਣੇ ਹਾਇਰ ਸੈਲਫ ਦੇ ਨਾਲ ਗੱਲ ਕਰ ਰਹੇ ਹਾਂ ਜਾਗਰਤ ਅਵਸਥਾ ਦੇ ਵਿੱਚ, ਤੇ ਸਾਨੂੰ ਜਿਸ ਤਰ੍ਹਾਂ ਅਸੀਂ ਸੋਚ ਰਹੇ ਹਾਂ, ਜਿਸ ਤਰ੍ਹਾਂ ਅਸੀਂ ਬੋਲ ਰਹੇ ਹਾਂ, ਜਿਹੜੀ ਸਾਡੀ ਲੈਂਗੁਏਜ ਹੈ ਸਾਨੂੰ ਉਸ ਤਰੀਕੇ ਦੇ ਨਾਲ ਉਹ ਗੱਲ ਸਮਝ ਦੇ ਵਿੱਚ ਆਉਂਦੀ ਹੈ। ਲੇਕਿਨ ਸੁਪਨੇ ਦੇ ਵਿੱਚ ਜਦੋਂ ਸਾਡਾ ਹਾਇਰ ਸੈਲਫ ਗੱਲ ਕਰਦਾ ਹੈ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਨਾਲ, ਉਦੋਂ ਸਿੰਬਲਸ ਯੂਜ਼ ਕਰਦਾ, ਉਹ ਲੈਂਗੁਏਜ ਨਹੀਂ ਹੁੰਦੀ, ਸਿੰਬਲਸ ਹੁੰਦੇ ਨੇ। ਔਰ ਇਹ ਜਿਹੜੀ ਸਿੰਬਲਸ ਨੇ, ਇਹ ਜਿਹੜੇ ਮਨੋਵਿਗਿਆਨਿਕ ਨੇ ਉਹਨਾਂ ਨੇ ਕੁਛ ਇਹਨਾਂ ਤੇ ਜਿਸ ਤਰ੍ਹਾਂ ਪਿੱਛੇ ਕਿਹਾ ਨਾ ਕਿ ਹੁਣ ਡ੍ਰੀਮਸ ਦੇ ਉੱਤੇ ਵੀ ਖੋਜ ਹੋਣੀ ਸ਼ੁਰੂ ਹੋ ਗਈ ਹੈ, ਉਹਨਾਂ ਨੇ ਕੁਛ ਇੱਕ ਸਿੰਬਲਸ ਨੂੰ ਰਿਕੋਗਨਾਈਜ਼ ਕੀਤਾ, ਕੁਛ ਇੱਕ ਸਿੰਬਲਸ ਨੂੰ ਦੇਖਿਆ ਔਰ ਕਈਆਂ ਨੇ ਤਾਂ ਇੱਕ ਦੀ ਲਿਸਟ ਬਣਾਉਣੀ ਸ਼ੁਰੂ ਕੀਤੀ ਕਿ ਇਸ ਸਿੰਬਲ ਦਾ ਇਹ ਮਤਲਬ ਹੈ, ਇਸ ਸਿੰਬਲ ਦਾ ਇਹ ਮਤਲਬ ਹੈ। ਲੇਕਿਨ ਜਦੋਂ ਉਹਨਾਂ ਨੇ ਇਸ ਚੀਜ਼ ਨੂੰ ਤਿਆਰ ਕੀਤਾ ਤਾਂ ਹਰ ਸਿੰਬਲ ਯੂਨੀਵਰਸਲੀ ਬੇਸ ਦੇ ਉੱਤੇ ਸੱਚ ਸਾਬਿਤ ਨਹੀਂ ਸੀ ਹੋ ਰਿਹਾ, ਕਿਉਂਕਿ ਹਰ ਟਾਈਮ ਸਿੰਬਲ ਦਾ ਜਿਹੜਾ ਅਰਥ ਸੀਗਾ ਦੂਸਰੇ ਕੇਸ ਦੇ ਵਿੱਚ ਉਸ ਸਿੰਬਲ ਦਾ ਅਰਥ ਬਦਲ ਜਾਂਦਾ ਸੀ। ਔਰ ਇਸ ਲਈ ਇਹ ਜਿਹੜਾ ਆਈਡੀਆ ਸੀਗਾ ਸਾਈਕੋਲੋਜਿਸਟ ਨੇ, ਜਿਹੜੇ ਮਨੋਵਿਗਿਆਨਿਕਸ ਨੇ, ਇਹ ਉਹਨਾਂ ਦਾ ਸਿਰੇ ਨਹੀਂ ਚੜਿਆ ਔਰ ਇੱਕ ਜਗ੍ਹਾ ਆ ਕੇ ਰੁਕ ਗਿਆ। ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸੁਪਨੇ ਨੇ ਉਹ ਸਿੰਬਲਸ ਦੇ ਰੂਪ ਵਿੱਚ, ਸੁਪਨਿਆਂ ਦੇ ਵਿੱਚ ਸਿੰਬਲਸ ਦੇ ਰੂਪ ਨਾਲ ਸਾਡਾ ਜਿਹੜਾ ਹਾਇਰ ਸੈਲਫ ਹੈ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਨਾਲ ਗੱਲ ਕਰਦਾ ਹੈ। ਹੁਣ ਜਿਸ ਤਰ੍ਹਾਂ ਕਿਹਾ ਕਿ ਇਹ ਯੂਨੀਵਰਸਲ ਕੋਈ ਸਿੰਬਲ ਨਹੀਂ ਬਣ ਸਕਦਾ, ਹਰ ਇੱਕ ਦਾ ਆਪਣਾ ਸਿੰਬਲ ਹੁੰਦਾ ਹੈ। ਲੇਕਿਨ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ
ਕਿ ਮੇਰੇ ਨੂੰ ਅਗਰ ਪਾਣੀ ਦੇ ਵਿੱਚੋਂ ਅਲੱਗ ਮੈਸੇਜ ਮਿਲ ਰਿਹਾ, ਤੇ ਅਗਰ ਤੁਸੀਂ ਤੁਹਾਨੂੰ ਪਾਣੀ ਦਿਖਾਈ ਦੇ ਰਿਹਾ ਤਾਂ ਤੁਹਾਡੇ ਲਈ ਪਾਣੀ ਦਾ ਅਲੱਗ ਮੈਸੇਜ ਹੋਏਗਾ। ਇਹ ਗੱਲ ਹੋ ਸਕਦੀ ਹੈ। ਲੇਕਿਨ ਇਹ ਵੀ ਹੋ ਸਕਦਾ ਕਿ ਕਈ ਵਾਰੀ ਇਹ ਸਿੰਬਲ ਕਈ ਲੋਕਾਂ ਦੇ ਵਿੱਚ काम करते हैं, क्योंकि आफ्टर ऑल असि लोग हैगे तो कनेक्टेड ही है ना एक दूसरे दे नाल। तो लेकिन ज्यादातर केस दे विच की है कि हायर सेल्फ दी जिहड़ी सबकॉन्शियस माइंड दे नाल जिहड़ी लैंग्वेज है वो हर एक दी जिहड़ी है सिंबल दे रूप विच, ਇਹ ਗੱਲ ਪੱਕੀ है सिंबल दे रूप विच, लेकिन सब दी लैंग्वेज अलग है, यूनिक है, अलग लैंग्वेज है। मैं ਇਹ नहीं कह सकती कि पानी का मतलब है तो जो तुहानू पानी मतलब है तो पानी का मतलब है माउंटेन का मतलब है। हर दा सिंबल मतलब लैंग्वेज जिहड़ी है हर बॉडी के हिसाब नाल अलग डिफरेंट हो सकती है। लेकिन अगर असी अपने सपनियां नू समझ लिया तो सानू पूरी एक क्लीयर पिक्चर मिल जाएगी कि किहड़े थॉट प्रोसेस ने जिन्हां नू असी करैक्ट करना है। करैक्ट किहड़े थॉट, जिहड़े थॉट साडे अकाल पुरख दे विचार दे नालों ट्यून दे विच नहीं, उन्हां दे नालों अलग ने। लेकिन असी समझिए किस तरह, किस तरीके नाल समझिए, ते इहदे लई फिर वो आ गया कि असी अपने हायर सेल्फ नू कहिए कि सानू जिहड़ी साडी जागृत अवस्था दी जिहड़ी भाषा है, जिस तरह असी जागृत अवस्था दे विच असी गल कर रहे हैं, सानू साडे सपनियां दा मतलब इस लैंग्वेज दे विच दे। जदों असी मौन दे पीरियड दे विच जाना ते अपने हायर सेल्फ कोलों इहदी लई गाइडेंस मंगनी है कि सपने दे विच मैं यह चीज देखी, हुण तुसीं दसो कि मेरे लिए इसका की अर्थ है। हुण जिहड़ा असी क्रिएटिव फार्मूला असी इहदे च अपने सपनियां वास्ते यूज करांगे, जिहड़ा सानू अज सपना आएगा उहदे लई क्रिएटिव फार्मूला यूज करेंगे। इन्हां फार्मूले नू कहंदे ने कि लिखण दी जरूरत नहीं है, बस असी ईच सैक्शन दे विच जावांगे, जिस तरह गॉड है ते गॉड परमात्मा आई, हर एक सैक्शन नू देखांगे, हर एक सैक्शन दे उत्ते जाके असी उहनू फील करांगे और हायर सेल्फ तो जिस गाइडेंस की जरूरत होएगी वो असी उस एरिया दे विच जाके हायर सेल्फ को असी अपनी गाइडेंस लैन वाले हैं। हुण करना की, जदों असी राती सोण जावांगे तो सोण लगे असी की करना, एक पेपर और पेन अपने बेड दे कोल नाल ही रख के सोना है। जिस तरह ही असी जाग जावांगे, तुरंत जो कुछ भी सानू सपना देखिया और सानू याद आ रहा है, हर चीज नू असी लिखण वाले हैं। जो चीज भी याद आई जा रही है, चाहे वो चीज कितनी भी लगेगा कि नहीं ए नहीं ज्यादा महत्वपूर्ण नहीं है, इहदे बारे गल करने की जरूरत नहीं है, लेकिन फिर भी असी उसनू लिखांगे कि जगह कोई दिखाई दिती, कोई बिल्डिंग दिखाई दिती, कोई लोग सानू अलग अलग दिखाई दिते, कोई समय होएगा जिस रात का हो सकता, दिन का हो सकता है, या कई बार होंगे ना कि संध्या का समय, ना दिन है ना रात है, अजीब जा कुछ समय दिखाई देता है, ना सूरज भी नहीं होता और रात भी नहीं होती है, कुछ अजीब जा समय हो जाता है। कई बार वो भी सपने दे सानू दिखाई दे जाता है। और एक्शन कई बार असी करते हुए दिखाई देने हैं, कई बार मार रहे होने, कई बार हवा दे विच उड़ रहे हैं, कई बार पानी च तैर रहे हैं, मतलब अजीब अजीब एक्शंस, जिहड़े भी एक्शंस ने उस उन्होंने भी लिख लांगे। फिर फीलिंग जिहड़ी मैं उस टाइम ते फील किया, जो फील सपने दे विच असीं फील करते हैं ना, तो उस फीलिंग नूं भी असीं उस टाइम ते नोट डाउन कर लांगे। यानी जो कुछ भी, कोई रंग है, किसी की कोई आवाज आ रही है, किसी म्यूजिक की आवाज आ रही है, हर छोटी तो छोटी चीज जिहड़ी सानू याद है उन्होंने असीं तुरंत पेपर दे उत्ते नोट डाउन कर लांगे। और लेकिन यह भी सानू जल्दी जल्दी लिख लेना है, क्योंकि कुछ ही मिनट होंदे ने, उस तो बाद सपना जिहड़ा है सानू भुल जाता है। सानू इंज लग भी सकता है कि सानू सपने जिहड़े ने याद रहणगे, लेकिन ज्यादा तो ज्यादा सपने जिहड़े असीं भुल जाने हैं। अगर तुसीं मैं अपनी केस की गल करा तो सपने की फीलिंग दे विच मैं ज्यादा इवॉल्व हो जानी हाँ, और जब तक मैं उस फीलिंग दे विचों बाहर आनी है, सपना मेरे मैं सपना भुल चुकी होनी है, मैंने पता नहीं चलता। फीलिंग याद रहिंदी है और धीरे 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 जदों मैं, क्योंकि हुण जिस तरह चैप्टर लेना सी तो कोशिश कर रही सी कि ये सपना कोई आया तो लिखण की कोशिश करा, तो जो कॉपी पेंसिल लैके लिखण की भी कोशिश करती सी, तो मैनूं फीलिंग तो विचों भी मैं निकल जाती सी, समझ नहीं सी आंदा, एक खालीपन जा दिखदा सीगा कि यस खालीपन है, कुछ समझ नहीं आ रही, मैं लिखा भी की, धुंधली धुंधली कुछ याद नहीं, लेकिन लिखण दे विच तद भी मेरे कोल कुछ नहीं आया।
ਔਰ ਲੇਕਿਨ ਕਹਿੰਦੇ ਨੇ ਕਿ ਇਸ ਲਈ ਕਿਉਂਕਿ ਮੈਂ ਨੋਟ ਕਰ ਰਹੀ ਸੀ ਨਾ, ਫੀਲਿੰਗ ਦੇ ਵਿੱਚ ਚਲੀ ਜਾਂਦੀ ਸੀ, ਫੀਲਿੰਗ ਨੂੰ ਫੀਲ ਕਰਦੀ ਰਹਿੰਦੀ ਸੀ ਔਰ ਲਿਖਣ ਦੇ ਟਾਈਮ ਤੱਕ ਉਹ ਚੀਜ਼ ਫਿਨਿਸ਼ ਹੋ ਜਾਂਦੀ ਸੀ। तो ਅਸੀਂ ਜਦੋਂ ਹੁਣ ਕਰੀਏ ਤੇ ਅਸੀਂ ਫੀਲਿੰਗ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਨਹੀਂ ਦਈਏ, ਕਿਉਂਕਿ ਹੁਣ ਮੈਂ ਸੋਚ ਰਹੀ ਸੀ ਕਿ ਕਿਉਂ ਨਹੀਂ ਮੈਂ ਲਿਖ ਪਾ ਰਹੀ, ਤਾਂ ਫੀਲਿੰਗ ਦੇ ਵਿੱਚ ਜ਼ਿਆਦਾ ਰਹਿਣਾ ਹੋ ਜਾਂਦਾ ਸੀਗਾ। ਤੇ ਹੁਣ ਨੈਕਸਟ ਫਿਰ ਟਰਾਈ ਕਰਾਂਗੀ ਕਿ ਫੀਲਿੰਗ ਦੇ ਵਿੱਚ ਨਹੀਂ ਜਾਵਾਂਗੀ, ਜਿਹੜੀ ਚੀਜ਼ ਵੀ ਯਾਦ ਆਈ ਹੈ ਤੁਰੰਤ ਰਫਲੀ ਨੋਟ ਡਾਊਨ ਕਰਨ ਦੀ ਕੋਸ਼ਿਸ਼ ਕਰਾਂਗੀ। ਤੇ ਕਹਿੰਦੇ ਨੇ ਹੁਣ ਜਦੋਂ ਅਸੀਂ ਸਾਡਾ ਮੌਨ ਦਾ ਟਾਈਮ ਆਏਗਾ, ਉਦੋਂ ਅਸੀਂ ਕੀ ਕਰਾਂਗੇ, ਸੁਪਨੇ ਦਾ ਅਰਥ ਕੀ ਹੈ ਇਸ ਨੂੰ ਇਸ ਦੇ ਬਾਰੇ ਗਾਈਡੈਂਸ ਲਵਾਂਗੇ ਆਪਣੇ ਹਾਇਰ ਸੈਲਫ ਤੋਂ। ਹੁਣ ਕਹਿਣਾ ਕੀ ਹੈ ਕਿ ਅਸੀਂ ਹਾਇਰ ਸੈਲਫ ਨੂੰ ਕਹਿਣਾ ਕਿ ਸੁਪਨੇ ਦੇ ਵਿੱਚ ਮੈਂ ਇਹ ਚੀਜ਼ਾਂ ਦੇਖੀਆਂ ਨੇ, ਹੁਣ ਇਹਨੂੰ ਮੈਨੂੰ ਖੋਲ ਕੇ ਦੱਸੋ ਕਿ ਇਸ ਚੀਜ਼ ਦਾ ਮਤਲਬ ਕੀ ਹੈ, ਬਿਲਡਿੰਗ ਦਾ ਮਤਲਬ ਕੀ ਹੈ, ਜੋ ਮੈਂ ਕੋਈ ਚੀਜ਼ ਆਵਾਜ਼ ਸੁਣੀ ਉਹਦਾ ਮਤਲਬ ਕੀ ਹੈ, ਹਰ ਛੋਟੀ ਤੋਂ ਛੋਟੀ ਚੀਜ਼ ਦਾ ਮੈਂ ਉਹਦੇ ਕੋਲੋਂ ਮਤਲਬ ਸੁਣਾਂਗੀ। ਹੁਣ ਮੈਂ ਪਹਿਲੇ ਤੋਂ ਕੋਈ ਪਿਕਚਰ ਬਣਾ ਕੇ ਨਹੀਂ ਰੱਖਾਂਗੀ ਕਿ ਇਸ ਦਾ ਮਤਲਬ ਇਹ ਹੈ, ਇਸ ਦਾ ਮਤਲਬ ਇਹ ਹੈ, तो ਇਹ ਸਭ ਕੋਈ ਪਿਕਚਰ ਨਹੀਂ ਬਣੀ ਹੋਏਗੀ। ਲੇਕਿਨ ਅਸੀਂ ਦੇਖਾਂਗੇ ਕਿ ਜੋ ਮੈਂ ਸੋਚ ਰਹੀ ਹਾਂ ਕਿ ਇਹਦਾ ਮਤਲਬ ਇਹ ਹੋਣਾ ਚਾਹੀਦਾ ਸੁਪਨੇ ਦਾ, ਜਿਹੜਾ ਹਾਇਰ ਸੈਲਫ ਤੋਂ ਆਨਸਰ ਆਏਗਾ ਬਿਲਕੁਲ ਉਲਟਾ ਵੀ ਹੋ ਸਕਦਾ ਹੈ, ਬਿਲकुल उलट आंसर भी हो सकता है। और ਇਹ ਅਸੀਂ ਮੇਕ ਸ਼ੋਰ ਕਰਨਾ ਕਿ ਜਿਤਨੇ ਵੀ ਮੇਰੇ ਐਸਪੈਕਟ ਨੇ, ਜੋ ਵੀ ਚੀਜ਼ਾਂ ਮੈਨੂੰ ਸੁਪਨੇ ਦੇ ਵਿੱਚ ਯਾਦ ਸੀ, ਮੈਂ ਹਰ ਉਸ ਚੀਜ਼ ਦੇ ਬਾਰੇ ਆਪਣੇ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਦੇ ਬਾਰੇ ਹਾਇਰ ਸੈਲਫ ਕੋਲੋਂ ਗਾਈਡੈਂਸ ਲੈਣ ਵਾਲੀ ਹਾਂ। ਜਿਸ ਤਰ੍ਹਾਂ ਕਿ ਜਿਤਨੇ ਵੀ ਲੋਕ ਉੱਥੇ ਖੜੇ ਨੇ, ਇੱਕ ਇੱਕ ਬੰਦੇ ਦਾ ਨਾਮ ਲਾਂਗੇ ਔਰ ਕਹਾਂਗੇ ਇਹ ਬੰਦਾ ਮੇਰੇ ਸੁਪਨੇ 'ਚ ਕਿਉਂ ਆਇਆ, ਇਹ ਬੰਦਾ ਮੇਰੇ ਸੁਪਨੇ 'ਚ ਆ ਕੇ ਕੀ ਕਹਿਣਾ ਚਾਹ ਰਿਹਾ ਸੀ। ਔਰ ਜਿਸ ਤਰ੍ਹਾਂ ਕੋਈ ਬਿਲਡਿੰਗ ਹੈ ਤੇ ਇਹ ਬਿਲਡਿੰਗ ਦਾ ਮਤਲਬ ਕੀ ਹੋ ਗਿਆ, ਅਗਰ ਇਹ ਪਾਣੀ ਦੇ ਵਿੱਚ ਮੈਂ ਚੱਲ ਰਹੀ ਹੋ ਸਕਦੀ ਹਾਂ ਤੇ ਮੈਂ ਪਾਣੀ ਦੇ ਵਿੱਚ ਚੱਲ ਰਹੀ ਹਾਂ ਤੇ ਇਹਦਾ ਮਤਲਬ ਕੀ ਹੋਇਆ। ਯਾਨੀ ਜੋ ਵੀ ਐਕਸ਼ਨ ਹੈ, ਇੱਕ ਇੱਕ ਸਿੰਗਲ ਚੀਜ਼ ਨੂੰ ਮੈਂ ਪਕੜ ਕੇ ਹਾਇਰ ਸੈਲਫ ਨੂੰ ਪੁੱਛਣਾ ਕਿ ਮੈਨੂੰ ਇਹਦਾ ਡਿਟੇਲ ਦੇ ਵਿੱਚ ਮੀਨਿੰਗ ਦੱਸੋ, ਇਹਦਾ ਮਤਲਬ ਕੀ ਹੈ। ਔਰ ਜਦੋਂ ਸਾਨੂੰ ਲੱਗੇਗਾ ਕਿ ਮੈਂ ਹਰ ਚੀਜ਼ ਦੇ ਬਾਰੇ ਹਾਇਰ ਸੈਲਫ ਕੋਲੋਂ ਜਵਾਬ ਲੈ ਲਿਆ ਔਰ ਫਿਰ ਅਸੀਂ ਉਹਨੂੰ ਕਹਿਣਾ ਕਿ ਬਸ ਸਿਰਫ ਇਤਨਾ ਹੀ ਹੈ ਜੋ ਤੂੰ ਮੇਰੇ ਨਾਲ ਗੱਲ ਕਰਨਾ ਚਾਹਨਾ ਹੈ। ਅਗਰ ਉਹ ਕਹਿੰਦਾ ਯੈਸ ਤੇ ਫੀਲਿੰਗ ਆ ਜਾਂਦੀ ਕਿ ਯੈਸ इतना ही है ਜਿਹੜੀ ਮੈਂ ਅੱਜ ਤੇਰੇ ਨਾਲ ਗਾਈਡੈਂਸ ਦੇਣਾ ਚਾਹ ਰਿਹਾ ਸੁਪਨੇ ਦੇ ਬਾਰੇ, ਇਹ ਜੋ ਤੂੰ ਇੰਟਰਪ੍ਰੀਟੇਸ਼ਨ ਮੰਗੀ ਹੈ ਮੇਰੇ ਕੋਲੋਂ ਵਿਆਖਿਆ, ਮੈਂ ਇਹੀ ਇਤਨਾ ਹੀ ਦੱਸਣਾ ਹੈ ਤਦ तो ठीक है। अगर लांदा कि नहीं हाले कुछ होर भी है ਜਿਹੜਾ ਰਿਵੀਲ ਹੋਣਾ ਬਾਕੀ ਹੈ, ਜਿਸ ਦੇ ਬਾਰੇ ਖੋਲਣਾ ਬਾਕੀ ਹੈ, ਤੇ ਫਿਰ ਅਸੀਂ ਹਾਇਰ ਸੈਲਫ ਦੇ ਕੋਲ ਜਾਵਾਂਗੇ, ਫਿਰ ਉਹਨੂੰ ਪੁੱਛਾਂਗੇ, ਬਾਰ-ਬਾਰ ਪੁੱਛਾਂਗੇ ਕਿ ਮੈਨੂੰ ਇਸ ਦਾ ਮਤਲਬ ਸਮਝੋ, ਇਸ ਦਾ ਮਤਲਬ ਦੱਸੋ, ਇਸ ਦਾ ਮਤਲਬ ਦੱਸੋ। ਔਰ ਉਦੋਂ ਤੱਕ ਇਹ ਕਰਦੇ ਰਾਂਗੇ ਜਦ ਤੱਕ ਡਨ ਦੀ ਫੀਲਿੰਗ ਨਹੀਂ ਆ ਜਾਂਦੀ, ਜਦ ਤੱਕ ਯੈਸ ਦੀ ਫੀਲਿੰਗ ਨਹੀਂ ਆ ਜਾਂਦੀ, ਉਦੋਂ ਤੱਕ ਇਹ ਪ੍ਰੋਸੈਸ ਕਰਦੇ ਰਹਿਣਾ ਹੈ। ਔਰ ਜਦੋਂ ਸਾਨੂੰ ਯੈਸ ਦਾ ਸਿਗਨਲ ਮਿਲ ਜਾਏਗਾ, ਫਿਰ ਅਸੀਂ ਇੱਕ ਸਟੈਪ ਹੋਰ ਅੱਗੇ ਜਾਵਾਂਗੇ। ਫਿਰ ਜਿਹੜਾ ਕ੍ਰੀਏਟਿੰਗ ਫਾਰਮੂਲਾ ਹੈ, ਅਸੀਂ ਦੇਖਾਂਗੇ ਕਿ ਜਿਹੜੇ ਕ੍ਰੀਏਟਿੰਗ ਫਾਰਮੂਲੇ ਦੇ ਵਿੱਚ ਡ੍ਰੀਮ ਨੇ, ਸਾਡੇ ਸੁਪਨੇ ਦੇ ਵਿੱਚ ਜਿਹੜੀ ਸਾਨੂੰ ਮੈਸੇਜ ਮਿਲਿਆ ਹੈ, ਤਾਂ ਕਿ ਜਿਹੜਾ ਮੇਰਾ ਕ੍ਰੀਏਟਿਵ ਫਾਰਮੂਲਾ ਤੇਜ਼ੀ ਨਾਲ ਕਰ ਸਕੇ, ਹੁਣ ਮੈਂ ਆਪਣਾ ਕ੍ਰੀਏਟਿਵ ਫਾਰਮੂਲਾ ਉਹ ਚੀਜ਼ ਲੈ ਕੇ ਇਹਦਾ ਮਤਲਬ ਕੀ ਹੈ, ਜਦੋਂ ਹੁਣ ਮੈਂ ਡਿਸਾਈਡ ਕਰਾਂਗੀ ਕਿ ਮੈਂ ਆਪਣੇ ਕ੍ਰੀਏਟਿਵ ਫਾਰਮੂਲੇ ਦੇ ਵਿੱਚ ਚੇਂਜ ਕਰ ਰਹੀ ਹਾਂ, ਇਹਦਾ ਮਤਲਬ ਮੈਂ ਪੂਰੀ ਬਾਗਡੋਰ ਜੋ ਹੈ ਆਪਣੇ ਹੱਥ ਦੇ ਵਿੱਚ ਲੈ ਲਈ ਹੈ। ਇਹ ਹੁਣ ਮੇਰੀ ਫ੍ਰੀ ਵਿਲ ਹੈ, ਇਹ ਮੇਰਾ ਕੰਟਰੋਲ ਹੈ। ਨਾਓ ਆਈ ਐਮ ਦਾ ਮਾਸਟਰ ਇਸ ਟਾਈਮ ਦੇ ਉੱਤੇ, ਜਦੋਂ ਮੈਂ ਇਹ ਕਹਾਂਗੀ ਕਿ ਨਹੀਂ ਹੁਣ ਇਹ ਚੇਂਜਸ ਮੈਂ ਲੈ ਕੇ ਆਣੇ ਨੇ ਆਪਣੇ ਅੰਦਰ। ਕ੍ਰੀਏਟਿੰਗ ਫਾਰਮੂਲਾ ਦੇ ਡ੍ਰੀਮ ਦੇ ਨਾਲ ਮੈਨੂੰ ਪਤਾ ਚੱਲ ਗਿਆ ਕਿ ਮੇਰੇ ਅੰਦਰ ਮੇਰੇ ਥਾਟ ਪ੍ਰੋਸੈਸ, ਮੇਰੇ ਇਸ ਚੀਜ਼ ਦੇ ਵਿੱਚ ਇਹ ਗਲਤੀ ਹੈ, ਇੱਥੇ ਕਰੈਕਸ਼ਨ ਦੀ ਜ਼ਰੂਰਤ ਹੈ। ਹੁਣ ਇਹ ਜਿਹੜੀ ਕਰੈਕਸ਼ਨ ਕਰਨੀ ਹੈ, ਇਹ ਮੈਂ ਡੈਲੀਬਰੇਟਲੀ ਆਪਣੇ ਕੌਨਸ਼ੀਅਸ ਮਾਈਂਡ, ਜਿਹੜਾ ਮੇਰਾ 5% ਮੈਂ ਯੂਜ਼ ਕਰਦੀ ਹਾਂ, ਉਹਦੇ ਵਿੱਚੋਂ ਸੋਚ ਕੇ ਸਮਝ ਕੇ ਮੈਂ ਇਹ ਕੰਮ ਕਰਨ ਵਾਲੀ ਹਾਂ। ਹੁਣ ਜਦੋਂ ਸਾਡਾ ਕੁਆਇਟ ਪੀਰੀਅਡ ਜੋ ਹੈ ਉਹ ਬਿਲਕੁਲ ਖਤਮ ਹੋ ਜਾਏਗਾ, ਫਿਨਿਸ਼ ਹੋ ਜਾਏਗਾ, ਫਿਰ ਅਸੀਂ ਕੀ ਕਰਾਂਗੇ, ਜਿਹੜਾ ਸੁਪਨਾ ਹੈ ਇਹਦੀ ਜਿਹੜੀ ਵਿਆਖਿਆ ਹੈ, ਜੋ ਵੀ ਮੈਨੂੰ ਉਤੋਂ ਗਾਈਡੈਂਸ ਮਿਲੀ ਹੈ, ਉਹਨੂੰ ਇੱਕ ਅਲੱਗ ਪੇਪਰ ਦੇ ਉੱਤੇ ਲਿਖਣ ਵਾਲੀ ਹੈ। ਸਾਰੇ ਸਿੰਬਲਸ ਜਿਹੜੇ ਮੈਨੂੰ ਉੱਥੋਂ ਮਿਲੇ ਨੇ ਉਹਨਾਂ ਨੂੰ ਲਿਖਣ ਵਾਲੀ ਹਾਂ, ਔਰ ਉਹਨਾਂ ਸਿੰਬਲਸ ਦਾ ਅਰਥ ਮੈਨੂੰ ਇਸ ਇਹਦੇ ਵਿੱਚੋਂ ਕੀ ਮਿਲਿਆ ਉਹ ਮੈਂ ਲਿਖਣ ਵਾਲੀ ਹਾਂ। ਔਰ ਅਸੀਂ ਜਦੋਂ ਬਾਰ-ਬਾਰ ਆਪਣੇ ਸੁਪਨਿਆਂ ਨੂੰ ਚੈੱਕ ਕਰਾਂਗੇ ਤਾਂ ਸਾਨੂੰ ਸਮਝ ਕੇ ਆਏਗਾ ਕਿ ਹਰ ਸਿੰਬਲ ਦਾ ਹਰ ਸੁਪਨੇ ਦੇ ਵਿੱਚ ਇੱਕ ਅਲੱਗ ਮਤਲਬ ਹੈ। ਇੱਕੋ ਹੀ ਸਿੰਬਲ ਮੇਰੇ ਲਈ
मेरा ही, मैं ही हाँ, ਇੱਕੋ ਹੀ ਸਿੰਬਲ ਆ ਰਿਹਾ, ਲੇਕਿਨ ਹਰ ਟਾਈਮ ਉਹ ਸਿੰਬਲ ਇੱਕ ਅਲੱਗ ਮਤਲਬ ਦੇ ਨਾਲ ਉਸ ਸੀਨ ਦੇ ਵਿੱਚ ਆ ਰਿਹਾ, ਔਰ ਇੱਕ ਅਲੱਗ ਡੈਫੀਨੇਸ਼ਨ, ਇੱਕ ਅਲੱਗ ਮੈਨੂੰ ਵਿਆਖਿਆ ਕਰ ਰਿਹਾ ਮੇਰੇ ਐਸਪੈਕਟ ਦੀ, ਇੱਕ ਅਲੱਗ ਆयाम ਦੇ ਵਿੱਚ ਮੈਨੂੰ ਲੈ ਕੇ ਜਾ ਰਿਹਾ, ਮੈਨੂੰ ਖੋਲ ਕੇ ਦਿਖਾ ਰਿਹਾ। ਔਰ ਕਹਿੰਦੇ ਨੇ ਕਿ ਜਦੋਂ ਅਸੀਂ ਆਪਣਾ ਇਹ ਜਿਹੜਾ ਪ੍ਰੋਜੈਕਟ ਹੈ ਸਾਡਾ ਡੇਲੀ ਦਾ, ਇਹਨੂੰ ਅਸੀਂ ਫਿਨਿਸ਼ ਕਰ ਲਾਂਗੇ, तो क्रिएटिंग फार्मूला ਜਿਹੜੀ ਸਾਨੂੰ ਨਈ ਸਮਝ ਮਿਲੀ ਹੈ ਉਸ ਪੇਪਰ ਸ਼ੀਟ ਦੇ ਹਿਸਾਬ ਨਾਲ, ਜੋ ਕੁਝ ਅਸੀਂ ਨਈ ਇੱਕ ਸਮਝ ਕ੍ਰੀਏਟ ਕੀਤੀ ਹੈ, ਉਸ ਸਮਝ ਦੇ ਮੁਤਾਬਿਕ ਅਸੀਂ ਹੁਣ ਆਪਣੇ ਕ੍ਰੀਏਟਿੰਗ ਫਾਰਮੂਲਾ ਨੂੰ ਐਨਾਲਿਸਿਸ ਕਰਾਂਗੇ। ਔਰ ਦੁਬਾਰਾ ਲਿਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਬਾय ਹਾਰਟ ਹੈ, ਤੇ ਦੁਬਾਰਾ ਉਸ ਫਾਰਮੂਲੇ ਨੂੰ ਜਾਵਾਂਗੇ, ਕਿਉਂਕਿ ਹੁਣ ਫਾਰਮੂਲੇ ਦੇ ਉੱਤੇ ਕੰਮ ਕਰਨਾ ਸਾਡੇ ਲਈ ਈਜ਼ੀ ਹੋ ਗਿਆ ਹੈ, तो ਅਸੀਂ ਫਾਰਮੂਲੇ ਦੇ ਉੱਤੇ ਈਜ਼ੀਲੀ ਚਲੇ ਜਾਵਾਂਗੇ। ਹੁਣ ਜਿਹੜੀ ਖਾਸ ਰੱਖਣਾ ਕੀ ਹੈ ਕਿ ਹੁਣ ਜਿਹੜੀ ਮੇਰੀ ਦਿਨ ਭਰ ਦੀ ਮੈਂ ਐਕਟੀਵਿਟੀ ਕਰਨੀ ਹੈ, ਦਿਨ ਭਰ ਮੈਂ ਜਿਹੜੇ ਵੀ ਕੰਮ ਕਰਨੇ ਨੇ, ਉਹਨਾਂ ਵਿੱਚ ਮੈਂ ਕੀ ਕਰਨਾ ਹੈ ਕਿ ਜਿਹੜੀ ਨੌਲੇਜ ਮੈਨੂੰ ਸੁਪਨਿਆਂ ਦੇ ਵਿੱਚ ਸਿੰਬਲਸ ਦੇ ਦੁਆਰਾ ਮਿਲੀ ਹੈ, ਉਹ ਇਹ ਸੋਚ ਲਓ ਕਿ ਇਹ ਸਾਡੀ ਹੁਣ ਨਈ ਪ੍ਰੋਗਰਾਮਿੰਗ ਹੈ ਜਿਹੜੀ ਮੈਨੂੰ ਸੁਪਨੇ ਦੇ ਦੁਆਰਾ ਮਿਲੀ ਹੈ, ਜਿਹਨੂੰ ਮੈਂ ਆਪਣੀ ਹੁਣ ਬਾਡੀ ਨੂੰ, ਆਪਣੇ सबकॉन्शियस माइंड ਨੂੰ ਰੀਪ੍ਰੋਗਰਾਮ ਕਰਨਾ ਹੈ। तो ਅਸੀਂ दिन पर ਉਸੇ ਹਿਸਾਬ ਦੇ ਨਾਲ ਅਸੀਂ ਚੱਲਣ ਵਾਲੇ ਹਾਂ, ਆਪਣੀ ਐਕਟੀਵਿਟੀਜ਼ ਨੂੰ ਉਸੇ ਹਿਸਾਬ ਦੇ ਨਾਲ ਤਾਲਮੇਲ ਚ ਰੱਖ ਕੇ ਆਪਣੀ ਦਿਨ ਭਰ ਦੀ ਐਕਟੀਵਿਟੀ ਉਸੇ ਹਿਸਾਬ ਨਾਲ ਕਰਨ ਵਾਲੇ ਹਾਂ। ਔਰ ਕ੍ਰੀਏਟਿੰਗ ਫਾਰਮੂਲਾ ਵੀ ਅਸੀਂ ਉਸੇ ਤਰੀਕੇ ਨਾਲ ਯੂਜ਼ ਕਰਨ ਵਾਲੇ ਹਾਂ, ਔਰ ਤਾਂ ਕਿ ਇੱਕ ਨया ਸਾਡੇ ਜੀਵਨ ਦੇ ਵਿੱਚ, ਡੇਲੀ ਰੂਟੀਨ ਦੇ ਵਿੱਚ ਵੀ ਮੇਰਾ ਇੱਕ ਨया ਐਸਪੈਕਟ ਮੇਰੇ ਜੀਵਨ ਦੇ ਵਿੱਚ ਖੁੱਲ ਕੇ ਆ ਜਾਏ। ਇਹ ਤਾਂ ਹੁਣ ਇਸ ਬੁੱਕ ਦੇ ਵਿੱਚ ਜਿਹੜੀ ਸੁਪਨੇ ਦੇ ਬਾਰੇ ਗੱਲ ਕੀਤੀ ਹੈ, ਔਰ ਸੁਪਨੇ ਦੀ ਦੁਨੀਆ ਇੱਕ ਐਸੀ ਦੁਨੀਆ ਹੈ ਜਿਹਦੇ ਵਿੱਚ ਮੇਰਾ ਕੁਝ ਖਾਸ ਐਕਸਪੀਰੀਅੰਸ ਨਹੀਂ ਹੈ। अगर मैं कहा कि मैं कुछ अपने एक्सपीरियंस तो बोल सका तो मेरे को फिलहाल ऐसा कोई नहीं है, लेकिन हाँ इतना जरूर है कि जो मैं अपनी स्पिरिचुअल यात्रा शुरू की थी आज तो काफी साल पहले, 15-20 साल पहले, तो एक दो सपने ऐसे आए जिहदे विच मैनू आउट ऑफ बॉडी एक्सपीरियंस सीगे, जिस मैं सपने दे विच अपनी डेथ देख रही हाँ, अपने लोगों को देख रही हाँ कि मेरे आसे पासे नहीं, और जो भी उस टाइम के सीन सीगे वो सारे, और वो सपने मैनू याद भी सीगे। उन्हां सपनियां नूं मैं नोट डाउन भी कर लिया सीगा, क्योंकि बार बार हैमर हो रहे सी मैनू जागृत अवस्था दे विच भी, जिस तरह असीं सपने भुल जाने आ, जिस तरह मैं हुणी कहा कि मैं हुण पिछले हफ्ते तो बार बार प्रैक्टिस कर रही सी और हायर सैल्फ नूं बुला के भी उहदे कोलों गाइडेंस लैण दी कोशिश कर रही सी। सपने आए भी मैनू, लेकिन वो फीलिंग दे विच इतनी ज्यादा चली गई कि जो गाइडेंस हायर सैल्फ को लैनी सी वो गाइडेंस मैनू मिली नहीं है। आज दी डेट्स नहीं मिली, कल दा मैनू नहीं पता, आज दी डेट्स मैनू सपनियां नू रिलेटेड हायर सेल्फ को कोई गाइडेंस नहीं मिल रही है। सो इस टॉपिक पे मैं इतनी ज्यादा खुल के गल नहीं कर पावांगी, क्योंकि एक्सपीरियंस तो कोई चीज नहीं आ रही है, तो मैं इसलिए पास दा एक्सपीरियंस तुहाडे नाल शेयर कर रही हूं। जदों वो एक्सपीरियंस मैनू होया, और क्योंकि अपनी डेथ देखी, अपनी डेथ नू मैं बॉडी नू देख रही हूं कि मेरी डेड बॉडी कमरे दे विच पई है, अपना फ्यूनरल भी देख लिया, सारा कुछ देख लिया, और अज भी देखो कई चीज़ां मैनू याद है जदों मैं हुण गल कर रही हूं। और मैं डर भी गई सी बहुत ज्यादा, उदों तो मैनू लग्या कि शायद भी मेरी हुण मृत्यु नजदीक है, क्योंकि मैं अपनी डेथ देख ली, अपना फ्यूनरल देख लिया, किहड़े लोकी उस फ्यूनरल दे विच आए, किहड़े लोकी हस रहे, किहड़े गॉसिप, हर चीज मैं पूरी क्लियर देख ली। और तो डर दे मारे जो मेरे उस टाइम दे जिन्हां कोलों मैं गाइडेंस लैंदी सी, जदों मैं उन्हां कोलों इह चीज पुछी तो उन्होंने मैनू यही कहा सीगा कि हुण तेरी स्पिरिचुअल जर्नी जो है वो हुण स्टार्ट हो चुकी है, यह हुण स्पीड पकड़ेगी। ਇਹਦਾ मतलब यह नहीं है कि तेरी डेथ होने वाली है, क्योंकि तू डेथ देख ली है अपनी। तो यह उदों दा एक्सपीरियंस, उदों ही इहो ਜਿਹੇ एक दो लगातार इहो ਜਿਹੇ एक्सपीरियंस हो रहे सी कि मैं सीन नू देख भी रही हां, और अगेन अपनी डेथ दा सीन देख रही हां किसी होर रूप दे विच, और देख रही हां कि मैनू डेथ तो डर लग रहा है, अपनी डेथ नू, मौत नू देख के घबरा रही हां कि मैं क्यों उस बुलेट दे अगे जा रही हां जिथे मैनू पता कि गोली वजनी है, और मैं देख रही हां कि मैनू बुलेट लगी है और मैनू कुछ फर्क नहीं पै रहा, मैं उथों उत्थे दे मतलब वो सारे सीन मैं देख लए। लेकिन अर्थ उन्हां दिनां दे विच यही सीगे, लगातार कुछ महीने मैनू इस तरीके दे सपने आंदे रहे, लेकिन उस तो बाद सपनियां दी दुनिया मेरे लिए एक अनजान विषय है, जिस दे बारे मैं ज्यादा गल नहीं कर पावांगी। और अगर असी गुरबानी दे विच भी मैं जाके देख रही हूँ तो मैनू कुछ ऐसा शब्द और ऐसी कोई
फीलिंग नहीं है। जिस तरह मैं अगे भी कहा कि गुरबानी के शब्द मैंने बहुत ज्यादा याद नहीं है, लेकिन हाँ मैं गुरबानी फील करती हूँ, तो मैं फील करके मैंने पता चल जाता है कि यस गुरबानी दे विच इस रिलेटेड इस टॉपिक दे उत्ते इस तरीके नाल गल कीती हुई है। लेकिन इस तरीके की कोई गल नहीं मैनू उहदे च मेरी फीलिंग दे विच नहीं कैच हो रही है। और हाँ एक साखी जिहड़ी है जिहड़ी मैनू बहुत ज्यादा इंप्रैस करदी है, जिहड़ी कि मैनू याद भी है, जिहदे विच किहड़ी पातशाही है वो हाले भी मैनू याद नहीं है, लेकिन इतना सीगा कि कोई राजा आंदा है गुरु जी दे कोल, और वो जदों कथा च सुनदा है कि गुरु जी आके तुहाडे जिहड़े कर्म ने वो कट्टे नहीं जांदे, कर्म तो तुहानू भोगने ही पैंदे ने। ते वो राजा बड़े चाह दे नाल गुरु मैं कहा 5वीं या पहली पातशाही दे विचों कोई है साखी। इन शॉर्ट ਅਸੀਂ खाली ਉਹਦਾ भाव समझ ਲਈਏ, पिक्चराइज ਉਹਦੇ ਵਿੱਚ नहीं जाइए कि जो भी है भाव ਦੇ ਵਿੱਚ ਜਾ ਕੇ ਗੱਲ ਕਰ ਰਹੇ ਹਾਂ कि ਜਦੋਂ बड़ा परेशान हो जाता और बार बार सोचना चाहता है, ज्यादा करके 5वीं पातशाही होने चाहिए ने। ते ਜਦੋਂ ਉਹ ਕਹਿੰਦੇ ਨੇ ਉੱਥੇ ਜਾਂਦਾ ਹੈ ਤੇ ਉਹਨੂੰ गुरु जी ਉਹਦੀ तरफ देखते जरूर ने लेकिन ਉਹਨੂੰ जवाब नहीं देंगे। सवाल ਉਹਦਾ ਇਹੀ ਹੁੰਦਾ है कि राती ਉਹ ਸੁਪਨੇ ਦੇ ਵਿੱਚ देखता है कि वो भिखारी बन गया, राजा सीगा, सॉरी यस पहले दिन ਉਹਨੂੰ पता चलता कि कर्म कट्टे नहीं जाते, चला जाता कि मैं सवाल पूछांगा। राती ਉਹਨੂੰ सपना आता है कि वो एक भिखारी बन गया, मतलब बहुत ही गरीब है, बहुत पिंड है पूरा का पूरा गरीब है, पूरी गरीबी ਨੂੰ सीन देख लेंदा गरीबी ਦੇ ਵਿੱਚ कि ਉਹਦੇ ਕੋਲ ਖਾਣ ਨੂੰ ਵੀ ਕੁਝ ਨਹੀਂ ਹੈ, ਬੱਚੇ ਸਾਰੇ ਰੋਂਦੇ ਕੁਰਲਾਉਂਦੇ ਪਏ ਨੇ, ਬਿਲਖਦੇ ਪਏ ਨੇ, ਔਰ ਐਸੇ ਅਵਸਥਾ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ। ਲੋਕੀ सब मतलब ड्रामा एक सपना पूरा का पूरा देख लेंदा है, और वो सपने का मतलब समझण लई गुरु साहब दे कोल आंदा है। गुरु साहब उन्होंने कुछ नहीं कहते, गुरु साहब कहते ने चलो असी सैर करन जाने आ, और गुरु साहब उन्होंने सैर करन लैके चले जाते हैं। और सैर करदे देखदे कि जो उसने सिचुएशन फोन सॉरी सपने दे विच देखी सी पिंड दे विच जाके वही हालात बन जाते हैं, और वो देख रहा हुंदा है। ते लोकी वो कहंदा है कि मैं राजा वां, मैं चोरी नहीं की, जो भी उहदे ते इल्जाम लगदा है, लेकिन लोकी उहनूं समझदे नहीं ने। वो कहंदे ने ओहदी तां मृत्यु हो चुकी है, ते वो तो खुद जिंदा हुंदा, सेम ऐ प्रोसेस चल रहा हुंदा है। ते फिर बहुत घबरा जांदा। फिर गुरु साहब उहनूं जाके उत्थों छुड़ा के लैके आंदे ने, और गुरु जी उहनूं कहंदे ने कि कई साडे कर्म ने सपने दे विच कट्टे जांदे ने, ਅਸੀਂ ਭੋਗਦੇ ਨਹੀਂ ਆ। ਜਦੋਂ ਅਸੀਂ ਸੁਪਨੇ ਦੇ ਵਿੱਚ ਉਸ ਚੀਜ਼ ਨੂੰ ਜੀ ਲੈਂਦੇ ਆ ਤੇ ਸਾਡੇ ਸਬਕੌਂਸ਼ੀਅਸ ਮਾਈਂਡ ਨੂੰ ਪਤਾ ਚੱਲ ਜਾਂਦਾ ਹੈ ਕਿ ਉਸਨੇ ਉਹ ਚੀਜ਼ ਜੀ ਲਈ, ਉਹ ਉਸਨੇ ਚੀਜ਼ ਨੂੰ ਫੇਸ ਕਰ ਲਿਆ। तो कई साडे कर्म ਜਿਹੜੇ ਨੇ ਸੁਪਨੇ ਦੇ ਦੁਆਰਾ ਕੱਟੇ ਜਾ ਸਕਦੇ ਨੇ। इतना कि मैनू अपनी गुरबानी ਦੇ ਵਿੱਚੋਂ नॉलेज मिल रही सी, उस जो कथा सीगी, क्योंकि कथा भी मैनू इतनी डिटेल च याद नहीं है, लेकिन ਉਹਦਾ अर्थ यही ਸੀਗਾ कि गुरु साहब ने आखिर उस राजे ਨੂੰ ਇੱਕੋ ਗੱਲ ਕਹੀ ਸੀਗੀ कि ਅਸੀਂ कर्म ਕੱਟ नहीं सकते, लेकिन सपने ਦੇ ਵਿੱਚ ਕਟਵਾਏ ਜਾ ਸਕਦੇ ਨੇ। ਕਿਸੇ ਦੂਸਰੇ ਆयाम ਦੇ ਵਿੱਚ ਉਹ ਚੀਜ਼ ਹੋ ਚੁੱਕੀ ਹੁੰਦੀ ਹੈ ਜਿਹੜੀ ਅਸੀਂ ਇਸ ਧਰਤੀ ਦੇ ਉੱਤੇ ਭੋਗਣੀ ਹੁੰਦੀ ਹੈ। तो सपने एक बहुत इंपॉर्टेंट रोल अदा करते हैं, और प्रैक्टिस में जरूर जारी रखांगी अपने हायर सेल्फ में बुला के कि कोई सपना आएगा और उस सपने को नोट डाउन करांगी, और जो गाइडेंस मिलनी चाहिए सपनों तो 100% मिलेगी, क्योंकि हाले बॉडी यूज टू नहीं है, तो यूज टू होने में थोड़ा टाइम लग रहा है। बाकी दी चीजें एक्सपीरियंस कीतियां ने, आज तक जो कुछ भी किया गया वो सब एक्सपीरियंस तो किया गया। और जिस तरह मैं क्या कि यात्रा भी शुरू हुई तो उस तो पहले 2-3 सपने ਇਹੋ ਜਿਹੇ आए ਜਿਹੜੇ शायद मेरे रिटर्न भी होंगे, डिटेल से लिखा गया उन्होंने बारे। पर बाकी दी गाइडेंस ਅਸੀਂ कोशिश जरूर करिए, क्योंकि नया कॉन्सेप्ट है, चीज़ां धीरे-धीरे खुलदियां जा रही। देखो आज तो कुछ साल पहले टीवी नहीं सी, फोन नहीं सी, साडे कोल कंप्यूटर नहीं सी, लेकिन हुण वो सब चीज़ां आ गईयां, ਅਸੀਂ ऑपरेट करना भी जान गए। ते हुण सपनिਆਂ ਨੂੰ ऑपरेट ਕਰਨ ਦੇ ਬਾਰੇ ਅਗਰ ਅਸੀਂ ਸੁਣਿਆ ਹੈ, ਅਸੀਂ ਜਾਣ ਰਹੇ ਹਾਂ, तो सपनिਆਂ ਨੂੰ ऑपरेट करना, सपने ਦੇ ਦੁਆਰਾ अपनी क्लीनिंग करनी, अपनी हीलिंग करनी, इसका मैसेज भी सानू साडे हायर सेल्फ तो 100% मिलने वाला है, इस चीज की श्योरिटी है। और आई होप टॉपिक जिहड़ा है वो क्लियर हो गया होगा सपने का। तो असी ध्यान की तरफ जावांगे। इज इट क्लियर मंत्रित? yes ma'am ओके, तो फिर ਅਸੀਂ ਧਿਆਨ ਦੀ ਤਰਫ ਜਾ ਸੁਪਨੇ ਦਾ ਇੱਕ ਹੋਰ ਵੀ ਹੁੰਦਾ ਹੈ ਕਿ ਅਗਰ ਤੁਹਾਨੂੰ ਕੋਈ ਬੈਡ ਡ੍ਰੀਮਸ ਆ ਰਹੇ ਹੈ, so it's a sign where you need, ਜਿਸ ਤਰ੍ਹਾਂ ਕਿ ਕਰਮਾ ਜੋ ਅਗਰ ਤੁਹਾਡੇ ਬਹੁਤ ਸਾਰੇ ਬੈਡ ਡ੍ਰੀਮਸ ਆ ਰਹੇ ਨੇ ਤੁਹਾਨੂੰ,
ਹਾਂਜੀ ਬਿਕੋਜ਼ ਮੈਂ ਇਸ ਫੇਸ ਤੋਂ ਚਲੀ ਮੈਂ ਗਈ ਹੋਈ ਆ ਹੁਣ ਮੈਨੂੰ ਸਟਾਰਟਿੰਗ 'ਚ ਮੈਨੂੰ ਦਿੱਕਤ ਹੁੰਦੀ ਸੀ ਤਾਂ ਮੈਂ ਵੀ ਕਿਸੇ ਨੂੰ ਏਦਾਂ ਹੀ ਪੁੱਛਦੀ ਸੀ ਤੋ ਜਦੋਂ ਤੁਹਾਨੂੰ ਕੋਈ ਬੈਡ ਡ੍ਰੀਮਸ ਆਂਦਾ ਇਹਦਾ ਮਤਲਬ ਇਹ ਹੈਗਾ ਕਿ ਤੁਹਾਡੇ ਕਰਮਾ ਸੈਟਲ ਹੁੰਦੇ ਪਏ ਓਕੇ ਮਤਲਬ ਫਿਰ ਡਰਨ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਇਹ ਤੁਹਾਡੇ ਤੁਹਾਡਾ ਕਰਮਾ experience ਹੈ। ਸੈਟਲ ਹੁੰਦੇ ਪਏ ਨੇ ਸੋ ਇਟ ਇਜ਼ ਲਾਈਕ ਅ ਕਾਰਮਿਕ ਸੈਟਲਮੈਂਟ ਹੈਪਨਿੰਗ ਜਦੋਂ ਤੁਹਾਨੂੰ ਕੋਈ ਬੈਡ ਡ੍ਰੀਮਸ ਆਂਦੇ ਆ ਤਾਂ ਕੋਈ ਅਗਰ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਹਾਂ ਮੈਂ ਕਾਫੀ ਇੱਕ ਮੇਰੇ ਕੋਲ ਇੱਕ ਸੁਪਨਾ ਸੀਗਾ ਜਿਹਦੇ ਚ ਕਾਫੀ ਪਿਆਰਾ ਸੁਪਨਾ ਵੀ ਸੀ ਔਰ ਨਹੀਂ ਵੀ ਸੀ ਕਿਉਂਕਿ ਉਹਦੇ ਚ ਮੈਂ ਦੇਖਿਆ ਕਿ ਮੈਂ ਇੱਕ ਜਗ੍ਹਾ ਤੇ ਜਾ ਰਹੀ ਸੀ ਐਂਡ ਜਾਂਦੇ ਜਾਂਦੇ ਨਾ ਉੱਥੇ ਵਾਰ ਸ਼ੁਰੂ ਹੋ ਗਿਆ ਸੀ ਮੈਂ ਬੱਚੇ ਲੈ ਕੇ ਜਾ ਰਹੀ ਸੀ ਐਂਡ ਸਡਨਲੀ ਅਸੀਂ ਛੁਪ ਗਏ ਐਂਡ ਮੇਰੇ ਹਸਬੈਂਡ ਵੀ ਸੀਗੇ ਉੱਤੇ ਚ ਐਂਡ ਮੈਂ ਉਹਨੂੰ ਹੀ ਬਚਾਉਣ ਜਾ ਰਹੀ ਸੀ ਐਕਚੁਅਲੀ ਬਟ ਏਦਾਂ ਹੋਇਆ ਕਿ ਮੈਂ ਉਹਨੂੰ ਬਚਾ ਨਹੀਂ ਪਾਈ ਫਿਰ ਜਦੋਂ ਅਸੀਂ ਦੌੜਦੇ ਪਏ ਸੀ ਤੇ ਬੱਚੇ ਗਿਰ ਗਏ ਔਰ ਮੈਂ ਵੀ ਗਿਰ ਗਈ ਤਾਂ ਪਿੱਛੇ ਉਹ ਜੋ ਲੋਕੀ ਮਾਰਨ ਵਾਲੇ ਆ ਰਹੇ ਸੀ ਉਹ ਪਿੱਛੋਂ ਆ ਰਹੇ ਸੀ ਜਦੋਂ ਉਹ ਲੋਕ ਸਾਡੇ ਵੱਲ ਦੌੜਦੇ ਪਏ ਸੀ ਨਾ ਤਾਂ ਮੈਂ ਡਰ ਗਈ ਕਿ ਹੁਣ ਬੱਚਿਆਂ ਦਾ ਕੀ ਹੋਏਗਾ ਫਿਰ ਮੈਂ ਦੇਖਿਆ ਕਿ ਉਸ ਤੋਂ ਬਾਅਦ ਥੋੜੇ ਟਾਈਮ ਦੇ ਬਾਅਦ ਉਹ ਤੋਂ ਪਤਾ ਨਹੀਂ ਬੰਦੇ ਕਿੱਥੇ ਚਲੇ ਗਏ ਉਹ ਤੋਂ ਆ ਹੀ ਰਹੇ ਸੀ ਪਤਾ ਨਹੀਂ ਕੀ ਹੋਇਆ ਉਸ ਵੇਲੇ ਕਿ ਮੈਨੂੰ ਦਿਖਿਆ ਕਿ ਯੂਨੀਕॉर्न्स ਹੈ ਨਾ ਉੱਪਰੋਂ ਫਲਾਈ ਹੁੰਦੇ ਪਏ ਨੇ ਵੱਡੇ ਵੱਡੇ ਯੂਨੀਕॉर्न्स तो मैं सोचा कि यार ये और बड़े प्यारे पिंक कलर दे फ्लाई होंदे पे ने फ्लाई होंदे पे ने फ्लाई होंदे पे ने मैं क्या है की है फिर पता चलिया कि वो कार्मिक रिलीज चालू सी और यूनिकॉर्न्स जेडे हुंदे ने वो भी किंगडम हैगा उना दा जैसे सेंटोर्स आंदे ने यूनिकॉर्न्स आंदे ने ओदे जो बहुत सारे अलग अलग एनिमल्स हुंदे ने जो ਤੁਹਾਨੂੰ एक्चुअली हेल्प करदे ने ਤੁਹਾਨੂੰ कर्मास रिलीज करन तदों पता चलिया कि कार्मिक सेटलमेंट चालू सी जो भी कर्मास मेरे हस्बैंड दे नाल सीगे वो मैं सारे ब्रेक करती पे सी सो दिस इज व्हाट इट मेंट अच्छा तो चलो बढ़िया है तो अच्छा तो मतलब ਤੁਹਾਡਾ ਪਰਸਨਲ ਐਕਸਪੀਰੀਅੰਸ ਹੈ ਹੋਰ ਕੁਝ ਸੁਪਨਿਆਂ ਨਾਲ ਰਿਲੇਟਡ ਅਗਰ ਕੋਈ ਐਕਸਪੀਰੀਅੰਸ ਜਿਹੜਾ ਦੱਸਣਾ ਚਾਹੋਗੇ ਸ਼ੇਅਰ ਕਰਨਾ ਤਾਂ ਕਿ ਜਿਹੜੇ ਦੂਸਰੇ ਸੁਣ ਰਹੇ ਨੇ ਤੇ ਉਹਨਾਂ ਨੂੰ ਕੁਝ गाइडेंस मिल सके हाँ कभी भी या कोई सपने च कंपलसरी नहीं है कुछ भी आए नॉट ओनली योर फैमिली मेंबर्स अगर ਤੁਹਾਨੂੰ ਸੁਪਨੇ ਚ ਲੱਗ ਰਿਹਾ ਕਿ ਤੁਸੀਂ ਤੁਹਾਡਾ ਕਿਤੇ ਮਰਡਰ ਹੋ ਰਿਹਾ ਹੈ ਜਾਂ ਤੁਹਾਨੂੰ ਦਿਖਦਾ ਪਿਆ ਕਿਤੇ ਹੋਰ ਕੁਝ ਹੋ ਰਿਹਾ ਹੈ ਇਟ ਮੀਨਸ ਕਿ ਤੁਹਾਡੇ ਕਰਮਾਸ ਰਿਲੀਜ਼ ਹੋ ਰਹੇ ਕਰਮਾਸ ਕੈਨ ਬੀ ਰਿਲੀਜ਼ਡ एवरीवेयर क्योंकि पर कर्मास इज नॉट ओनली ऑफ दिस लाइफ इट इज फ्रॉम योर पास्ट लाइफ आल्सो तो कार्मिक सेटलमेंट तो कोई भी लाइफ दी हो सकती है सो इट मीन्स कि ਤੁਹਾਡੇ कर्मास जा रहे हैं सो यू डोंट हैव टू वरी अबाउट एनीथिंग और अगर ਤੁਹਾਨੂੰ ज्यादा डर लगता है अगर ਤੁਹਾਨੂੰ लगता पे मेरा तो बहुत ज्यादा मैंने कुछ समझ नहीं आ रही है तो ਤੁਸੀਂ कार्मिक काउंसिल ਨੂੰ बुला के प्रे कर सकते हो राती सोन लग गया कि मेरे जो सपने च कार्मिक काउंसिल कार्मिक काउंसिल ओके यस ਤੁਸੀਂ ਉਹਨਾਂ ਨੂੰ प्रे कर सकते हो कार्मिक काउंसिल ਨੂੰ बुला के कि मेरे सपने ਦੇ थ्रू मेरे सारे कर्मास ਨੂੰ ਰਿਲੀਜ਼ ਕਰੋ ਤੁਸੀਂ प्रे करके सो सकते हो ओके तो कोई सिंबल्स वगैरह भी पता चले कि जिस तरह यूनिकॉर्न ਤੁਸੀਂ ਦੱਸਿਆ ਕਿ ਬਈ ਇੱਕ ਅਲੱਗ ਕਿੰਗਡਮ ਹੈ ਔਰ ਉਹ ਸਾਰਾ ਕੁਝ ਹੈ ਕਿ ਸੈਂਟੋਰਸ ਹੁੰਦੇ ਨੇ ਯੂਨੀਕॉर्न्स ਹੁੰਦੇ ਨੇ सेंटोर्स मतलब ਤੁਸੀਂ ਅਗਰ ਦੇਖਿਆ ਵੀ ਹੋਵੇਗਾ ਪਹਿਲੇ ਦੇ ਜ਼ਮਾਨੇ 'ਚ ਹਾਰਸ ਹੁੰਦਾ ਸੀ ਹਾਰਸ ਦੀ ਬਾਡੀ ਹੁੰਦੀ ਸੀ ਔਰ ਜੋ ਫੇਸ ਹੁੰਦਾ ਸੀ ਹਿਊਮਨ ਫੇਸ ਹੁੰਦਾ ਸੀ ਹਾਂ those are centaurs ਉਹ ਵੀ ਬਹੁਤ ਤੁਹਾਨੂੰ spiritual awakening 'ਚ ਹੈਲਪ ਕਰਦੇ ओके यानी ਤੁਹਾਨੂੰ ਸੁਪਨਿਆਂ ਤੋਂ ਗਾਈਡੈਂਸ ਮਿਲਦੀ ਹੈ ਡਰੈਗਨਸ ਆਂਦੇ ਨੇ ਸਨੇਕਸ ਹੁੰਦੇ ਨੇ ਹਾਂ ਸਨੇਕਸ ਵਗੈਰਾ ਤਾਂ ਕਿਆ ਮੈਨੂੰ ਵੀ ਸੁਪਨੇ ਚ ਆਉਂਦੇ ਲੇਕਿਨ ਮੈਨੂੰ ਡਰੈਗਨਸ ਦਾ ਵੀ ਹੁੰਦਾ ਹੈ ਮਹੱਤਵ ਡਰੈਗਨਸ ਇਜ਼ ਫॉर ਪ੍ਰੋਟੈਕਸ਼ਨ ਪਰਪਸ ਓਕੇ ਯੈਸ ਇਨ ਸ਼ਾਰਟ ਸੁਪਨਿਆਂ ਦੇ ਉੱਤੇ ਤੁਹਾਡਾ ਕੰਮ ਚਾਲੂ ਹੈ ਮਤਲਬ ਤੁਸੀਂ ਕੰਮ ਕਰਦੇ ਹੋ ਸੁਪਨੇ ਉੱਤੇ ਹੈ ਨਾ ਯੈਸ ਹਾਇਰ ਸੈਲਫ ਤੋਂ ਗਾਈਡੈਂਸ ਮਿਲ ਰਹੀ ਹੈ ਤੁਹਾਨੂੰ ਇਨ ਸ਼ਾਰਟ ਯੈਸ ओके तो ਇਹਦਾ ਮਤਲਬ ਕਿ ਅਗਰ ਚਲੋ ਥੈਂਕਸ ਫॉर शेयरिंग ਹੋਰ ਕੁਝ ਹੈ ਜਿਹੜਾ ਦੱਸਣਾ ਚਾਹੋਗੇ ਨਹੀਂ ਹਾਲੇ ਤਾਂ ਫਿਲਹਾਲ ਮੈਨੂੰ ਇਹੀ ਸੀਗਾ ਕਿ ਇਹ ਮੇਰਾ ਮੇਨ ਸੀਗਾ ਕਿ ਅਗਰ ਤੁਹਾਨੂੰ ਕਦੀ ਵੀ ਕਿਸੇ ਨੂੰ ਵੀ ਡਰਾਵਨੇ ਸੁਪਨੇ ਆ ਰਹੇ ਨੇ ਤਾਂ ਡਰੋ ਨਹੀਂ ਕਿ ਮੇਰੇ ਲਾਈਫ 'ਚ ਕੀ ਗਲਤ ਹੋ ਰਿਹਾ ਹੈ ਕਿਉਂਕਿ ਇਹਦਾ ਮਤਲਬ ਕਾਰਮਿਕ ਸੈਟਲਮੈਂਟਸ ਹੁੰਦੀਆਂ ਪਈਆਂ ਕਾਰਮਿਕ ਕਾਉਂਸਲ ਕੋਲ ਜਾ ਕੇ ਅਸੀਂ ਕਹਾਂਗੇ ਕਿ ਸਾਡੇ ਸਾਰੇ ਸੁਪਨੇ ਇਹਨੇ ਰਿਲੀਜ਼ ਕਰਦੇ ਹੈ ਨਾ ਕਾਰਮਿਕ ਕਾਉਂਸਲ ਕੀ ਹੈ ਹਾਂ ਕਾਰਮਿਕ ਕਾਉਂਸਲ ਨੂੰ ਤੁਸੀਂ ਬੁਲਾ ਕੇ ਉਹਨਾਂ ਨੂੰ ਪ੍ਰੇ ਕਰ ਸਕਦੇ ਹੋ ਕਿ ਸੁਪਨੇ ਦੇ ਰਾਹੀਂ
ਮੇਰੇ ਜੋ ਵੀ ਕਰਮਾਜ਼ ਹੈ ਉਹਨੂੰ ਰਿਲੀਜ਼ ਕਰਨ ਚ ਮੇਰੀ ਮਦਦ ਕਰੋ, ਕਿਉਂਕਿ ਜੋ ਤੁਸੀਂ ਫਿਜ਼ੀਕਲ ਐਕਸਪੀਰੀਅੰਸ ਲੈਣਾ ਅਗਰ ਉਸ ਤੁਹਾਡਾ ਸੁਪਨੇ ਚ ਹੀ ਕੱਟ ਹੋ ਰਿਹਾ ਹੈ ਤਾਂ ਤੁਹਾਡਾ हाँ ਅੱਧਾ ਕੰਮ ਹੋ ਜਾਂਦਾ ਹੈ। यस, तो ये तो basically सारा ये कुछ concept है। पता थे उन्होंने। Yes, यस, yes, ओके। thank तो you। ठीक है, ਅੱਜ ਇੱਕ ਨਈ ਗੱਲ ਪਤਾ ਚੱਲੀ, ਕਾਰਮਿਕ ਕਾਉਂਸਲ ਨੂੰ ਬੁਲਾ ਕੇ ਅਸੀਂ ਉਹਨੂੰ ਵੀ ਕਹਿ ਸਕਦੇ ਹਾਂ ਕਿ ਸੁਪਨੇ ਦੇ ਦੁਆਰਾ ਸਾਡੇ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਉਹ ਰਿਲੀਜ਼ ਕਰ ਸਕਦਾ ਹੈ। ਠੀਕ ਹੈ, Yes, yes, तो सभी ਇਸ ਨੂੰ ਅਸੀਂ ਪੂਰਨਤਾ ਦੇਨੇ ਆ ਕਿ ਚਲੋ ਇੱਕ ਨਈ ਚੀਜ਼ ਹੋਰ ਪਤਾ ਚੱਲੀ ਹੈ। yes, और फिर ਹੁਣ ਅਸੀਂ ਆਪਣੀ ਮੈਡੀਟੇਸ਼ਨ ਦੀ ਤਰਫ ਜਾਣੇ ਆ। ਜਿਸ ਤਰ੍ਹਾਂ ਕਿ ਅਸੀਂ ਕਿਹਾ ਕਿ ਅਸੀਂ ਮੈਡੀਟੇਟ ਕਰਨਾ ਹੈ, तो ਅਸੀਂ ਅੱਖਾਂ ਬੰਦ ਕਰਾਂਗੇ। ਚਸ਼ਮਾ ਹੈ तो ਚਸ਼ਮੇ ਨੂੰ ਅਸੀਂ ਉਤਾਰ ਦੇਾਂਗੇ। मन बिल्कुल शांत, बॉडी रिलैक्स, तीनों लॉक्स लगावांगे बॉडी ਨੂੰ। सोने सुखासन च बैठांगे। अगर सुखासन च नहीं बैठा जा रहा, कुर्सी ते बैठे हैं, तो पैरां नूं क्रॉस कर लांगे, हत्थां नूं उंगलियां दे विच उंगलियां फसा लांगे। अखां साडियां बंद है, चित शांत, ध्यान आंदी जांदी श्वास दे उत्ते। ब्रीद इन, ब्रीद आउट, ब्रीद इन, breathe out, breathe in, breathe out. Realize करो मन शांत, ਤੁਹਾਡੇ ਉੱਪਰ ਹੈਗਾ ਹੈ। और ਤੁਹਾਡੇ ਥੱਲੇ sacred grid, flower of life ਦਾ ਬਣਿਆ ਹੋਇਆ ਹੈ। ਪੂਰੀ ਹਾਈ ਵਾਈਬ੍ਰੇਸ਼ਨਲ એનર્ਜੀ ਇਸ ਤੋਂ ਤੁਸੀਂ ਵਾਈਬ੍ਰੇਟ ਹੁੰਦੇ ਪਏ ਹੋ। सारे मास्टर्स ਤੁਹਾਡੇ आजू बाजू गोल्डन सिलेंडर्स रखते पे ने पिलर्स टाइप।
ਤੁਹਾਡੇ ਵਿੱਚੋਂ ਸਾਰੇ ਕਰਮਾਸ, ਸਾਰੇ ਗੋਡਸ ਇਹਨਾਂ ਨੂੰ और sacred gift energies आती हैं new energy, new frequency, new vibration. Glittery shimmery energy ने चाहिए shine है ਤੁਹਾਡਾ ਰੂਹਾਂ ਰੂਹਾਂ ਸ਼ਾਈਨ ਹੋ ਜਾਏ। If possible, stop the music. म्यूजिक बंद करके मेडिटेशन करवा दो अगर पॉसिबल है तो। सारी एनर्जीज रिलीज ਹੁੰਦੀਆਂ ਪਈਆਂ ਨੇ। साइमल्टेनियसली रिलीजिंग और नई एनर्जी का आना, दोनों चीजें इकट्ठियां हो रही हैं। कट 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 शम। इशुफा इशुफा इयुशिमा। जो भी थोड़े ओल्ड पैटर्न्स, जो भी थोड़े ओल्ड कर्मास सारे रिलीज होंदे पे ने, सारे उस गोल्डन पिलर दे विच चलदे पे ने। मास्टर्स खड़े हैगे तुहानू हेल्प करन लई। इशुमा 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 इशुकुचुकुको इशुमातको इकको इचुकुतको इयायो इशुमाशो। दिखेगा कि ਤੁਹਾਡੇ ਅੰਦਰੋਂ ब्लैक कलर ਦੀ ਜਿਸ ਸਮੋਕ ਟਾਈਪ એનર્ਜੀ ਤੁਹਾਡੇ 골ਡਨ ਪਿਲਰ ਦੇ ਵਿੱਚ ਜਾਂਦੀ ਪਈ ਹੈ। ਐਂਡ ਪਿਰਾਮਿਡ और ग्रिड तो शिमरी ग्लिटरी एनर्जीज आंदी पई है। बहुत पावरफुल एनर्जीज हैगियां ने जो ਤੁਹਾਡੇ अंदर रेडिएट करेगी। ਤੁਹਾਡੇ ਇੱਕ ਸੈਲ ਦੇ ਵਿੱਚੋਂ ਜਾਂਦੀ ਪਈ ਹੈ। ਤੁਹਾਡੇ ਕਿਸੇ ਬੋਡੀ ਪਾਰਟ 'ਚ ਪ੍ਰੈਸ਼ਰ ਵੀ ਆ ਸਕਦਾ ਹੈ। ਇਹਦਾ ਮਤਲਬ ਹੈ ਕਿ ਉੱਥੇ ਕੰਮ ਹੁੰਦਾ ਪਿਆ।
अंदरों हर चीज जानते हुए देखो। सारी नेगेटिव एनर्जी, सारी बॉन्डिंग्स, हर एक चीज और सिलेंडर ਉਹਦੇ ਫਿਲਟਰ ਵਿੱਚ ਜਾਂਦੀ ਪਈ ਹੈ। ਤੁਸੀਂ ਆਪਣੇ ਆਪ ਨੂੰ ਫਿਲਟਰ ਕਰਦੇ ਪਏ ਹੋ, ਹਰ ਚੀਜ਼ ਨੂੰ ਤੁਸੀਂ ਫਿਲਟਰ ਕਰਦੇ ਪਏ ਹੋ, ਹਰ ਇੱਕ ਥਾਟ ਪੈਟਰਨ ਨੂੰ ਫਿਲਟਰ ਕਰਦੇ ਪਏ ਹੋ, એનર્ਜੀ ਨੂੰ ਫਿਲਟਰ ਕਰਦੇ ਪਏ ਹੋ, ਪੂਰੀ ਬਾਡੀ ਨੂੰ ਫਿਲਟਰ ਕਰਦੇ ਪਏ ਹੋ। ਤੁਸੀਂ ਆਪਣੇ ਅੰਦਰ ਇੱਕ ਹਾਈ ਵਾਈਬ੍ਰੇਸ਼ਨਲ એનર્ਜੀ ਨੂੰ ਪਾਉਂਦੇ ਪਏ ਹੋ। ਸ਼ਿਕਕਤੋਮ 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 ਅਸ਼ਾ ਅਸ਼ਾ। ਮਾਸਟਰਸ ਜਿੰਨਾ ਤੁਹਾਡੇ ਤੋਂ ਰਿਲੀਜ਼ ਕਰਾ ਰਹੇ ਨੇ ਉਨਾ ਹੀ ਤੁਹਾਡੇ ਬੋਡੀ ਦੇ ਅੰਦਰ ਨਿਊ એનર્ਜੀਸ ਨੂੰ ਚੈਨਲ ਕਰਦੇ ਪਏ ਨੇ, ਤੁਹਾਡੇ ਪੋਰਟਲਸ ਖੁੱਲਦੇ ਪਏ ਨੇ। ਤੁਸੀਂ ਇੱਕ ਨਿਊ ਡਾਇਮੈਂਸ਼ਨ ਚ ਜਾਣ ਲਈ ਰੈਡੀ ਹੋ ਰਹੇ ਹੋ। अगर कितने बॉडी च गर्मी लगती पई है लगन दो, कितने इचिंग हो रही है होन दो, कितने हैवीनेस लग रही है लगन दो, क्योंकि तुहाडे अंदर काम चलता पिया है। सारे मास्टर्स तुहाडे नाल, स्टार सीड मास्टर्स सारे तुहाडे नाल काम करने लिए जुड़ गए ने। हर मास्टर अपनी एनर्जी दिंदा पिया है। सारी एनर्जी तुहानू पिरामिड और सेक्रेड ग्रिड तो आंदी पई है। तुसी एक न्यू डायमेंशन दे बीइंग बनदे पए हो। अगर घबराहट होंदी पई है तो घबराओ ना, जस्ट रिलैक्स। जो हो रहा है उन्हें होने दो। टिक टॉक कट कुट कट कुट कुट कट कुट किट कट कुट किट कुट। ओम श्रम 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 श्रम। ये सारी चीजें हेल्प करती पई ने रिलीजिंग एंड न्यू एनर्जी क्रिएशन जो तुहाडे अंदर जाती पई है, पूरे प्रोसेस विच हेल्प करती पई है, एम्पलीफाई करती पई है इस चीज को। शन मुन शन शुन शुन शनि शिनी शिनी शा शिकी मिकी टुकी शिकी शा कौवाशी नुकपाशी टुकी शुपा एक माला चिकी दिकी चुकी मकाचा इकोवा इकोवा इकोवा। जस्ट बी ग्रेटफुल कि तुसी चुने गए हो पूरे प्रोसेस दे विच, जिथे तुसी हाई वाइब्रेशनल बीइंग दे प्रोसेस विच आ गए हो।
एंड मास्टर्स ने ਤੁਹਾਡੇ कंट्रोल ਵਿੱਚ ਰੱਖਿਆ ਹੋਇਆ ਹੈ। they have taken the charge for you। ਹਰ ਕਰਮਾ ਤੁਹਾਡੇ ਪਾਸਟ ਲਾਈਫ ਦਾ ਜਿੰਨੇ ਵੀ ਤੁਹਾਡੇ ਲਾਈਫ ਹੈਗੇ ਨੇ ਤੁਹਾਨੂੰ ਕੱਟ ਕਰਨ ਲਈ ਮਾਸਟਰਸ ਹੈਲਪ ਕਰਦੇ ਪਏ ਨੇ ਪਿਲਰਸ ਦੇ ਰਾਹੀਂ। ਹਰ ਇੱਕ ਚੀਜ਼ ਨੈਗੇਟਿਵ ਉਸ ਪਿਲਰ ਦੇ ਵਿੱਚ ਜਾਂਦੀ ਪਈ ਹੈ। और एक जो शिमरी वाली एनर्जी हैगी वाइट शिमरी ग्लिटरी ग्लॉसी वो पिरामिड और सेक्रेड ग्रिड तो आंदी पई है। ऊपरों एंड थल्ले दोनों साइड तो आंदी पई एनर्जीज पिक करी जाओ रिसीव करी जाओ जस्ट रिसीव। जिन्ना तुसी उन्हें रिसीव करोगे उन्ना ही चीज़ां ਤੁਹਾਡੇ ਲਈ ਹੋਰ ਈਜ਼ੀ ਹੋਈ ਜਾਣਗੀਆਂ फॉर रिलीजिंग पर्पस। पूरा सरेंडर होके बह जाओ मास्टर्स ਤੁਹਾਡਾ ਕੰਮ ਆਪੇ ਹੀ ਕਰਦੇ ਪਏ ਨੇ। ਜਿੱਥੇ ਜਿੱਥੇ ਕੰਮ ਹੋ ਰਿਹਾ ਹੈ ਉਹਨੂੰ ਹੋਣ ਦਿਓ। ਇਹ बहुत डीप प्रोसेस ਹੁੰਦਾ है ਇਹਨੂੰ बस चली जान दो। Go deep, go deep. Just feel new energy within you. Just feel. उसी चारों साइड तो ऊपर थल्ले राइट लेफ्ट हर एक एंगल तो तुसी एक ग्रिड च बैठे हुए हो। ਤੁਹਾਡੇ आजू बाजू सारे प्रोटेक्टिव ग्रिड्स ਹੈਗੇ ਨੇ पिलर्स ਹੈਗੇ ਨੇ गोल्डन लाइट ਦੇ। पूरी यूनिवर्स ਤੁਹਾਡੇ ਨਾਲ ਕੰਮ ਕਰਦੀ ਪਈ ਹੈ। even masters ਜਿਹੜੀ ਵੀ 네ਗੇਟਿਵਿਟੀ ਜਾ ਰਹੀ ਹੈ ਉਹਨੂੰ ਜਾਣ ਦਿਓ। बैक तो सारी एनर्जीज रिलीज होंदियां पईयां ने ਉਹਨੂੰ ਹੋਣ ਦਿਓ। ਇਹ ਹੋਣਾ ਜ਼ਰੂਰੀ ਹੈ। ਇਹ प्रोसेस ਨੂੰ ਥੋੜਾ ਈਜ਼ੀ ਕਰ ਦਿੰਦਾ ਹੈ। let it go। ਤੁਹਾਡੇ ਚਕਰਾਸ ਕਲੀਨ ਹੁੰਦੇ ਪਏ ਨੇ। क्लेंजिंग प्रोसेस बहुत प्यारा चलता पे है। एनु फील करो। अगर सिर भारी होंदा पे तो जस्ट देखो उन्हें।
ये प्रोसेस 48 आवर्स तक कंटिन्यू चलता ही रहेगा। ਅਸੀਂ ਮਾਸਟਰਸ ਨੂੰ ਥੈਂक्स ਕਵਾਂਗੇ, ਪਿਰਾमिड ਨੂੰ ਥੈਂक्स ਕਵਾਂਗੇ, ਸੇਕ੍ਰੇਡ ग्रिड ਨੂੰ थैंक्स ਕਵਾਂਗੇ, ਸਾਰੇ ਪਿਲਰਸ ਨੂੰ थैंक्स ਕਵਾਂਗੇ और ਇਹਨਾਂ ਨੂੰ अपनी अपनी जगह ਤੇ वापस भेज ਦਾਂਗੇ। वो लोग अपना काम ਤੁਹਾਡੇ ਤੇ ਕਰਦੇ ਰਹਿਣਗੇ। 48 आवर्स तक ये प्रोसेस ਤੁਹਾਡੇ ਅੰਦਰ ਚੱਲਦਾ ਹੀ ਰਹੇਗਾ। ਤੁਹਾਡੀ ਨॉर्मल रूटीन कुछ भी डिस्टर्ब नहीं होएगी। ਤੁਸੀਂ ग्रिड ਤੇ ਆ ਗਏ ਹੋ, ਇਹ प्रोसेस ऑलरेडी मास्टर्स ਤੁਹਾਡੇ ਲਈ ਪਿੱਛੋਂ ਕਰਦੇ ਰਹਿਣਗੇ। ਉਹਨਾਂ ਦੀ ਸਪੋਰਟ ਲਈ ਅਸੀਂ ਉਹਨਾਂ ਨੂੰ ਥੈਂक्स ਕਹਿ ਕੇ ਉਹਨਾਂ ਨੂੰ ਵਾਪਸ ਆਪਣੇ ਉਹਨਾਂ ਦੀ ਜਗ੍ਹਾ ਤੇ ਭੇਜ ਦਾਂਗੇ। और अपना टाइम लेंदे हुए अपने हत्थां नू रब करते हुए अखां दे ऊपर रखांगे और अपने हिसाब के नाल असीं अखां खोलांगे जदों तुहाडा दिल करे। थैंक यू मास्टर्स, थैंक यू वेरी मच। थैंक यू मंत्रिक, बहुत प्यारा ध्यान से लग रहा सी कि होर कंटिन्यू हो जाता तो ज्यादा बेस्ट से। थैंक यू मंत्रिक। थैंक यू।